morning, students. I hope you all are well and good. I'm your Punjabi teacher, and today we will start with our second chapter of our first book, that is Sahityik Rang, and the name of the chapter is Pardes Natu Tori Babla, written by Bant Singh Chattha। ਬੰਦ ਸਿੰਘ ਚੱਠਾ ਬੱਚੇ ਇਸ ਦੇ ਰਾਈਟਰ ਦਾ ਨਾਮ ਹੈ ਤੇ ਇਸ ਪਾਠ ਵਿੱਚ ਬੰਦ ਸਿੰਘ ਜੀ ਸਾਨੂੰ ਧੀਆਂ ਦੇ ਬਾਰੇ ਦੱਸਦੇ ਹਨ। ਹੁਣ ਸਭ ਤੋਂ ਪਹਿਲਾਂ ਅਸੀਂ ਬੰਦ ਸਿੰਘ ਦੇ ਬਾਰੇ ਪੜਾਂਗੇ ਕਿ ਉਹ ਕੌਣ ਸਨ, ਕਿੱਥੋਂ ਦੇ ਰਹਿਣ ਵਾਲੇ ਸਨ ਤੇ ਉਹਨਾਂ ਦੀ ਸ਼ਖਸੀਅਤ ਕਿਹੋ ਜਿਹੀ ਸੀ। ਸੋ ਬੱਚੇ, ਸ਼ਖਸੀਅਤ ਤੇ ਰਚਨਾ। ਬੰਦ ਸਿੰਘ ਚੱਠਾ ਦਾ ਜਨਮ 4 ਮਈ 1947 ਨੂੰ ਪਿੰਡ ਭੁੱਚੋ ਕਲਾਂ, ਜ਼ਿਲ੍ਹਾ ਬਠਿੰਡਾ, ਪੰਜਾਬ ਵਿਖੇ ਪਿਤਾ ਦਲੀਪ ਸਿੰਘ ਦੇ ਘਰ ਮਾਤਾ ਗੁਰਦੇਵ ਕੌਰ ਦੀ ਕੁੱਖੋਂ ਹੋਇਆ। ਉਹ ਇੱਕ ਪ੍ਰਸਿੱਧ ਗਲਪਕਾਰ ਹਨ। ਉਹਨਾਂ ਦੇ ਕਹਾਣੀ ਸੰਗ੍ਰਹਿ ਹਨ ਗੁਲਾਬ ਦੇ ਫੁੱਲ, ਤੂੰ ਝੂਠ ਬੋਲਿਆ ਸੀ, ਸ਼ਹਿਰ ਨਾ ਜਾ, ਦੁਪਹਿਰੇ ਢਲਿਆ ਸੂਰਜ ਅਤੇ ਗੰਧਲੇ ਪਾਣੀ। ਉਹਨਾਂ ਨੇ ਨਾਵਲ ਵੀ ਲਿਖੇ, ਜਿਵੇਂ ਨਦੀ ਵਹਿੰਦੀ ਰਹੀ, ਹਨੇਰੀ ਰਾਤ ਦੇ ਤਾਰੇ ਤੇ ਤਿੰਨ ਕੁੜੀਆਂ। ਇਹ ਬੱਚੇ ਉਹਨਾਂ ਦੇ ਨਾਵਲ ਸਨ। ਸੁਹਜ ਸਵੇਰਾ ਉਹਨਾਂ ਦੀ ਸਵੈ ਜੀਵਨੀ ਹੈ। ਚੱਠਾ ਨੇ ਲੇਖਾਂ ਦੀ ਸਿਰਜਣਾ ਵੀ ਕੀਤੀ ਹੈ। ਉਹਨਾਂ ਬੱਚੇ ਸਵੈ ਜੀਵਨੀਆਂ ਵੀ ਲਿਖੀਆਂ ਤੇ ਉਹਨਾਂ ਨੇ ਲੇਖਾਂ ਦੀ ਸਿਰਜਣਾ ਵੀ ਕੀਤੀ। ਧੀਆਂ ਬਿਨਾਂ ਨਹੀਂ ਤੀਆਂ, ਇਹ ਬੱਚੇ ਉਹਨਾਂ ਦਾ ਲੇਖ ਹੈ। ਉਹਨਾਂ ਦੀ ਵਾਰਤਕ ਪੁਸਤਕ ਹੈ। ਇਸ ਰਚਨਾ ਪ੍ਰਕਿਰਿਆ ਦੀ ਬਦੌਲਤ ਉਹਨਾਂ ਨੂੰ ਬਹੁਤ ਸਾਰੇ ਮਾਣ ਸਨਮਾਨ ਵੀ ਮਿਲ ਚੁੱਕੇ ਹਨ, ਭਾਵ ਕਿ ਉਹਨਾਂ ਨੂੰ ਇਹਨਾਂ ਦੇ ਲਈ ਸਨਮਾਨਿਆ ਵੀ ਗਿਆ ਹੈ। ਉਹਨਾਂ ਦੇ ਬਹੁਤ ਸਾਰੇ ਕਾਵਿ ਸੰਗ੍ਰਹਿ, ਕਹਾਣੀ ਅਤੇ ਬਹੁਤ ਸਾਰੇ ਲੇਖ ਰਚਨਾ ਵੀ ਹਨ ਤੇ ਅਸੀਂ ਅੱਜ ਉਹਨਾਂ ਦਾ ਲਿਖਿਆ ਹੋਇਆ ਇੱਕ ਲੇਖ ਪਰਦੇਸ ਨਾਤੂ ਤੋਰੀ ਬਾਬਲਾ ਬਾਰੇ ਪੜਾਂਗੇ। ਹੁਣ ਕੀ ਕਹਿੰਦੇ ਹਨ ਬੱਚੇ ਕਿ ਮੈਂ ਵੀ ਉਹਨਾਂ ਮਾਪਿਆਂ ਵਰਗੀ ਸੋਚ ਦਾ ਧਾਰਨੀ ਸੀ। ਇਹ ਬੰਦ ਸਿੰਘ ਜੀ ਆਪ ਕਹਿ ਰਹੇ ਹਨ ਕਿ ਮੈਂ ਵੀ ਉਸ ਸੋਚ ਦਾ ਧਾਰਨੀ ਸੀ ਜੋ ਆਪਣੇ ਮੁੰਡੇ ਕੁੜੀਆਂ ਨੂੰ ਪਰਦੇਸ ਤੋਰ ਕੇ ਆਪਣੇ ਪਰਿਵਾਰ ਨੂੰ ਆਰਥਿਕ ਤੌਰ 'ਤੇ ਖੁਸ਼ਹਾਲ ਵੇਖਣਾ ਚਾਹੁੰਦੇ ਹਨ। ਮੇਰੀ ਧੀ ਰਾਣੀ ਨੇ MA ਕਰਕੇ B.Ed ਵੀ ਕਰ ਲਈ ਸੀ। ਆਪਣੇ ਦੇਸ਼ ਵਿੱਚ ਧੀਆਂ ਦੀ ਬੇਰੁਜ਼ਗਾਰੀ ਨੂੰ ਵੇਖ ਕੇ ਮੇਰੀ ਪਤਨੀ ਨੇ ਮੈਨੂੰ ਸਲਾਹ ਦਿੱਤੀ ਕਿ ਆਪਾਂ ਵੀ ਰਾਣੀ ਲਈ ਕੋਈ ਵਿਦੇਸ਼ ਗਿਆ ਮੁੰਡਾ ਲੱਭ ਕੇ ਇਸ ਨੂੰ ਜਹਾਜ਼ 7 ਸਮੁੰਦਰੋਂ ਪਾਰ ਹੀ ਚੜ੍ਹਾ ਦਈਏ। ਆਪਾਂ ਰੋਜ਼ ਹੀ ਖਬਰਾਂ ਪੜ੍ਹਦੇ ਸੁਣਦੇ ਹਾਂ ਕਿ ਢੇਰ ਸਾਰੀ ਜਮਾਤਾਂ ਪੜ੍ਹੀਆਂ ਕੁੜੀਆਂ ਆਪਣੀ ਹੀ ਰੋਜੀ ਰੋਟੀ ਦੇ ਲਈ ਬੇਰੁਜ਼ਗਾਰ ਹੋਈਆਂ ਫਿਰਦੀਆਂ। ਜਦੋਂ ਉਹ ਸਮੇਂ ਦੀਆਂ ਸਰਕਾਰਾਂ ਤੋਂ ਨੌਕਰੀਆਂ ਮੰਗਦੀਆਂ ਹਨ ਤਾਂ ਉਹਨਾਂ ਨੂੰ ਪੁਲਿਸ ਵੱਲੋਂ ਡਾਂਗਾ ਨਾਲ ਕੁੱਟਿਆ ਜਾਂਦਾ ਹੈ। ਚੌਂਕਾਂ ਵਿੱਚ ਧਰਨੇ ਮੁਜ਼ਾਹਰੇ ਕਰਦੀਆਂ, ਗੁੱਤਾਂ ਪੱਟਦੀਆਂ ਜਾਂਦੀਆਂ, ਲੱਤਾਂ ਬਾਹਾਂ ਤੋਂ ਫੜ ਕੇ ਘੜੀਸਦਿਆਂ ਜਾਂਦੇ। ਕਈ ਵਾਰ ਬੇਰੁਜ਼ਗਾਰ ਕੁੜੀਆਂ ਦਾ ਇਕੱਠ ਪਾਣੀ ਵਾਲੀ ਟੈਂਕੀਆਂ 'ਤੇ ਚੜ੍ਹ ਕੇ ਆਤਮ ਹੱਤਿਆਵਾਂ ਕਰਨ ਲਈ ਮਜਬੂਰ ਹੋ ਜਾਂਦੇ, ਆਪਣੇ ਆਪ ਨੂੰ ਅੱਗਾਂ ਵਿੱਚ ਵੀ ਸਾੜ ਲੈਂਦੀਆਂ। ਮੈਂ ਤਾਂ ਤੁਹਾਨੂੰ ਐਸ ਡਰੋਂ ਕਹਿੰਦੀ ਹਾਂ ਕਿ ਇੰਨੀ ਪੜ੍ਹਾ ਲਿਖਾ ਕੇ ਕਿਤੇ ਕੁੜੀ ਤੋਂ ਹੱਥ ਨਾ ਧੋ ਲਈਏ। ਇਹ ਬੱਚੇ ਉਹਨਾਂ ਦੀ ਪਤਨੀ ਉਹਨਾਂ ਨੂੰ ਕਹਿੰਦੀ ਹੈ, ਇੱਛਾ ਤਾਂ ਭਾਵੇਂ ਮੇਰੀ ਪਹਿਲਾਂ ਵੀ ਸੀ, ਹੁਣ ਆਹ ਪਤਨੀ ਦੀ ਡਰਾਉਣੀ ਜਿਹੀ ਗੱਲ ਸੁਣ ਕੇ ਮੇਰਾ ਵੀ ਪੱਕਾ ਮਨ ਬਣ ਗਿਆ ਹੈ। ਉਸਦੇ ਪਤੀ ਬੱਚੇ ਕੀ ਕਹਿੰਦੇ ਆ ਕਿ ਪਿੱਛਾ ਤਾਂ ਮੇਰੀ ਵੀ ਸੀ ਤੇ ਪਤਨੀ ਦੀ ਗੱਲ ਇਹ ਸੁਣ ਕੇ ਉਹਦਾ ਹੋਰ ਵੀ ਪੱਕਾ ਮਨ ਬਣ ਗਿਆ। ਮੈਂ ਸੋਚਿਆ ਕਿ ਇੰਨੀ ਸੋਹਣੀ ਤੇ ਪੜ੍ਹੀ ਲਿਖੀ ਮੇਰੀ ਧੀ ਨੂੰ ਵਿਦੇਸ਼ ਲੈ ਕੇ ਜਾਣ ਤੋਂ ਭਲਾ ਕੋਈ ਕਿਵੇਂ ਨਾ ਕਰੂ। ਮੇਰੀ ਧੀ ਤੇ ਦਾਜ ਨੂੰ ਵੇਖ ਕੇ ਅਗਲੇ ਕਿਉਂ ਛੱਡਣਗੇ ਇਹ ਰਿਸ਼ਤਾ। ਸੋ ਇਸ ਵਿਚਾਰ ਨੂੰ ਲੈ ਕੇ ਮੈਂ ਤੇ ਮੇਰੀ ਪਤਨੀ ਨੇ ਪੱਕਾ ਇਰਾਦਾ ਬਣਾ ਲਿਆ ਕਿ ਕੁੜੀ ਪ੍ਰਦੇਸ਼ ਭੇਜ ਕੇ ਹੀ ਸਾਡੀ ਇਸ ਸਮਾਜ ਵਿੱਚ ਸ਼ਾਨ ਸ਼ੌਕਤ ਬਣੇਗੀ। ਹੁਣ ਜਦੋਂ ਵੀ ਕੋਈ ਮੁੰਡਾ ਕੈਨੇਡਾ, ਅਮਰੀਕਾ ਜਾਂ ਕਿਸੇ ਹੋਰ ਦੇਸ਼ ਤੋਂ ਆਉਂਦਾ ਤਾਂ ਅਸੀਂ ਪੈਰ ਜੁੱਤੀ ਨਾ ਪਾਉਂਦੇ। ਅੰਗਲੀ ਸੰਗਲੀ ਉਹਨਾਂ ਨੂੰ ਕੱਢ ਕੇ ਅਗਲੇ ਦੇ ਅੱਗੇ ਪਿੱਛੇ ਫਿਰਦੇ। ਅੰਗਲੀ ਸੰਗਲੀ ਹੁੰਦੀ ਵਿੱਚ ਰਿਸ਼ਤੇਦਾਰੀ ਸਾਕ ਸਕੀਰੀ ਕਿ ਉਹਨਾਂ ਦੇ ਅਸੀਂ ਪਿੱਛੇ ਫਿਰਦੇ ਸਨ ਰਿਸ਼ਤੇ ਦੇ ਲਈ। ਹੁਣ ਸਾਡੀ ਇੱਛਾ ਲਾਲਚ ਵਿੱਚ ਵੀ ਬਦਲ ਗਈ ਕਿ ਆਪਣੀ ਲੜਕੀ ਦਾ ਵਿਆਹ ਪਰਦੇਸ ਗਏ ਲੜਕੇ ਨਾਲ ਕਰ ਦੇਣਾ ਹੈ ਤਾਂ ਕੁੜੀ ਦੇ ਵਿਆਹ ਪਿੱਛੋਂ ਅਸੀਂ ਸਾਰਾ ਟੱਬਰ ਹੀ ਵਿਦੇਸ਼ਾਂ ਵਿੱਚ ਸੈੱਟ ਹੋ ਜਾਵਾਂਗੇ। ਮੈਂ ਅਤੇ ਮੇਰੇ ਮੁੰਡੇ ਉੱਥੇ ਬਾਹਰ ਜਾਣ ਦੀ ਖੁਸ਼ੀ ਵਿੱਚ ਸਾਰੇ ਟੱਬਰ ਦੀਆਂ ਰਾਤਾਂ ਦੀ ਨੀਂਦ ਉੱਡ ਗਈ ਸੀ। ਹੁਣ ਸਾਨੂੰ ਸਾਡੀ ਰਾਣੀ ਧੀ ਕੋਰੂ ਦਾ ਖਜ਼ਾਨਾ ਲੱਗ ਰਹੀ ਸੀ। ਕੀ ਖਜ਼ਾਨਾ ਲੱਗ ਰਹੀ ਸੀ ਬੱਚੇ? ਕੋਰੂ ਦਾ ਖਜ਼ਾਨਾ ਲੱਗ ਰਹੀ ਸੀ, ਜੋ ਕਿ ਇੱਕ ਬਹੁਤ ਵੱਡਾ ਖਜ਼ਾਨਾ ਹੁੰਦਾ ਹੈ। ਕੋਰੂ ਦਾ ਖਜ਼ਾਨਾ ਮੀਨਸ ਬਹੁਤ ਵੱਡਾ ਖਜ਼ਾਨਾ। ਹੁਣ ਤਾਂ ਉੱਥੇ ਜਾ ਕੇ ਬਸ ਪੰਡਾ ਬੰਨਣ ਦੀ ਕਾਹਲ ਹੀ ਸੀ। ਪੰਡਾ ਬੰਨਣ ਦੀ ਕਾਹਲ ਸੀ ਬੱਚੇ ਕਿ ਵਧੇਰੇ ਧਨ ਕਮਾਉਣ ਦੀ ਉਹਨਾਂ ਨੂੰ ਬਹੁਤ ਕਾਹਲ ਸੀ। ਹੁਣ ਮੈਂ ਉਹਨਾਂ ਲੋਕਾਂ ਦੀ ਭਾਲ ਕਰਕੇ ਮਿੱਤਰ ਬਣਾਉਣ ਦੀ ਕੋਸ਼ਿਸ਼ ਕਰਦਾ ਜਿਨ੍ਹਾਂ ਦੇ ਪੁੱਤ ਜਾਂ ਰਿਸ਼ਤੇ ਵਿੱਚੋਂ ਪਰਦੇਸ਼ ਗਏ ਹੋਏ ਸਨ। ਉਹਨਾਂ ਦੀ ਚਾਪਲੂਸੀ ਕਰਦਾ
ਜ਼ਮੀਰ ਮਾਰ ਕੇ ਮੈਂ ਉਹਨਾਂ ਦੇ ਲਈ ਅਣਚਾਹੇ ਕੰਮ ਕਰਦਾ। ਮੈਨੂੰ ਫੇਰ ਸ਼ਰਮ ਵੀ ਕਾਹਦੀ ਸੀ ਜਦੋਂ ਮੇਰੀ ਸੰਗ ਹੀ ਲੈ ਗਈ ਸੀ। ਮੈਂ ਹੁਣ ਉਹਨਾਂ ਲੋਕਾਂ ਜਾਂ ਆਂਢ ਗੁਆਂਢ ਦੀ ਤਬਿਆਦਾਰੀ ਵੀ ਕਰਦਾ ਸੀ, ਭਾਵ ਕਿ ਅਧੀਨਗੀ ਕਰਦਾ ਸੀ, ਉਹਨਾਂ ਦੀ ਕਹਿਣਾ ਮੰਨਦਾ ਸੀ, ਜਿਨ੍ਹਾਂ ਦੀ ਮੈਂ ਕਦੇ ਪਿੱਠ ਤਾਂ ਕੀ ਮੂੰਹ ਵੀ ਨਹੀਂ ਸੀ ਵੇਖਿਆ। ਭਾਵ ਕਿ ਉਹਨਾਂ ਲੋਕਾਂ ਨੂੰ ਵੀ ਉਹ ਬੁਲਾਉਣ ਲੱਗ ਪਿਆ ਜਿਨ੍ਹਾਂ ਦੀ ਕਦੇ ਉਹਨੇ ਪਿੱਠ ਵੀ ਨਹੀਂ ਦੇਖੀ ਸੀ ਅਤੇ ਮੂੰਹ ਵੀ ਨਹੀਂ ਦੇਖਿਆ ਸੀ। ਸਾਡੇ ਪਰਿਵਾਰ ਵਿੱਚ ਨਿੱਤ ਦੀਆਂ ਕਿਆਸ ਰਹੀਆਂ ਕਰਕੇ ਦਿਮਾਗ ਵਿੱਚ ਇਹੀ ਕੀੜਾ ਖੋੜ ਪਾ ਰਿਹਾ ਸੀ। ਕਿਆਸ ਰਹੀਆਂ ਮੀਨਜ਼ ਬੱਚੇ ਜਿਹੜੀਆਂ ਅੰਦਾਜ਼ਾ ਲਾਉਣਾ, ਮੀਨਜ਼ ਕਿ ਉਹ ਅੰਦਾਜ਼ਾ ਲਾ ਰਹੇ ਸਨ, ਇਹੀ ਚੀਜ਼ਾਂ ਉਹਨਾਂ ਦੇ ਅੰਦਰ ਖੋੜ ਪਾ ਰਹੀਆਂ ਸਨ। ਭਾਵ ਖੋੜ ਪਾ ਰਹੀਆਂ ਸਨ ਕਿ ਮੋਰੀ ਕਰ ਰਹੀਆਂ ਸਨ, ਇੱਕ ਖੁੱਡ ਪਾ ਰਹੀਆਂ ਸਨ ਕਿ ਕਦੋਂ ਸਾਡੀ ਰਾਣੀ ਧੀ ਜਹਾਜ਼ ਚੜ੍ਹੇ। ਫਿਰ ਅਸੀਂ ਇਹਨਾਂ ਦਿਨਾਂ ਅਤੇ ਮਹੀਨਿਆਂ ਵਿੱਚ ਕਾਗਜ਼ ਪੱਚਰ ਬਣਾ ਕੇ ਉੱਧਰ ਕਾਰਾਂ 'ਤੇ ਝੂਟੇ ਲੈਂਦੇ ਐਸ ਸੁਖੀ ਜੀਵਨ ਤੋਂ ਛੁਟਕਾਰਾ ਪਾ ਲਵਾਂਗੇ। ਪਰ ਰਾਣੀ ਧੀ ਨਾਲ ਅਸੀਂ ਕਦੇ ਕੋਈ ਗੱਲ ਸਾਂਝੀ ਨਹੀਂ ਕੀਤੀ। ਪਰ ਪਤਾ ਨਹੀਂ ਸਾਨੂੰ ਉਸ ਤੋਂ ਕਿਉਂ ਭੈ ਜਿਹਾ ਲੱਗਦਾ ਸੀ। ਭੈ ਮੀਨਜ਼ ਬੱਚੇ ਡਰ ਲੱਗਦਾ ਸੀ। ਇੱਕ ਦਿਨ ਅਣਪਟੱਕੇ ਕੈਨੇਡਾ ਵਿੱਚੋਂ ਵਿਆਹ ਕਰਾਉਣ ਲਈ ਮੁੰਡਾ ਪੰਜਾਬ ਆਇਆ। ਭੱਜ ਨੱਠ ਕਰਕੇ ਸਿਫਾਰਸ਼ਾਂ ਨਾਲ ਅਸੀਂ ਉਹਨਾਂ ਤੱਕ ਪਹੁੰਚ ਕੀਤੀ। ਮੈਂ ਕਿਸੇ ਮਿੱਤਰ ਨੂੰ ਲੈ ਕੇ ਉਹਨਾਂ ਦੇ ਦਰਾਂ 'ਤੇ ਪਹੁੰਚਿਆ ਤਾਂ ਉਸ ਕਾਕਾ ਜੀ ਨੂੰ ਵੇਖ ਕੇ ਮੇਰਾ ਮਨ ਕੱਚਾ ਜਿਹਾ ਹੋ ਗਿਆ। ਬਸ ਉਸ ਬੀਬੇ ਲੜਕੇ ਦੀ ਉਮਰ 40 ਕੁ ਵਰ੍ਹਿਆਂ ਦੀ ਅਜੇ ਮਸਾਂ ਹੀ ਹੋਈ ਹੋਣੀ ਹੈ। ਮੈਂ ਤਾਂ ਵੇਖ ਕੇ ਚੁੱਪ ਹੀ ਰਿਹਾ। ਮੇਰਾ ਮਿੱਤਰ ਉਹਨਾਂ ਦੇ ਘਰ ਵਾਲਿਆਂ ਨਾਲ ਮੇਰੇ ਘਰ ਦੀ ਅਤੇ ਕੁੜੀ ਦੀ ਵਡਿਆਈ ਕਰਦਾ ਸੌਦਾ ਤੈਅ ਕਰਕੇ ਗੱਲ ਮੁਕਾਉਣ ਦੀ ਵੀ ਕਾਹਲੀ ਕਰ ਰਿਹਾ ਸੀ। ਮੈਂ ਉਸਨੂੰ ਪਾਸੇ ਲਿਜਾ ਕੇ ਕੁੜੀ ਅਤੇ ਮੁੰਡੇ ਦੀ ਉਮਰ ਦਾ ਦਿਨ ਰਾਤ ਦਾ ਫਰਕ ਦੱਸਿਆ। ਉਸਨੇ ਮੈਨੂੰ ਸਮਝਾਇਆ ਕਿ ਵੇਖ ਯਾਰ, ਤੂੰ ਜਮਾਂ ਹੀ ਕਮਲਾ ਹੈ। ਅੱਜ ਕੱਲ੍ਹ 45 ਸਾਲਾਂ ਦੀ ਵੀ ਕੋਈ ਵੱਡੀ ਉਮਰ ਹੁੰਦੀ ਹੈ। ਪਰਦੇਸ ਗਏ ਮੁੰਡਿਆਂ ਦੀਆਂ ਉਮਰਾਂ ਤਾਂ ਐਂ ਹੀ ਲੰਘ ਜਾਂਦੀਆਂ ਨੇ। ਉਸਦੀ ਆਹ 40 ਤੋਂ 45 ਸਾਲ ਦੀ ਗੱਲ ਸੁਣ ਮੇਰਾ ਚਿਹਰਾ ਪੀਲਾ ਪੈ ਗਿਆ। ਮੈਂ ਉਸਨੂੰ ਨਾਂਹ ਕਰ ਦਿੱਤੀ। ਮਿੱਤਰ ਮੇਰੇ ਸਿਰ ਅਹਿਸਾਨ ਕਰਦਾ ਹੁਣ ਕਹਿ ਰਿਹਾ ਸੀ ਕਿ ਯਾਰ ਤੂੰ ਕਿੱਦਣ ਦਾ ਮੈਨੂੰ ਤਪਾ ਰਿਹਾ ਸੀ। ਭਾਵ ਕਿ ਉਹਨੂੰ ਕਹਿ ਰਿਹਾ ਸੀ ਕਿ ਜੇ ਮੈਂ ਹੁਣ ਇਹਨਾਂ ਨਾਲ ਪੱਕੀ ਗੱਲ ਕਰੀ ਜਾਂਦਾ ਤਾਂ ਤੂੰ ਉਹ ਆਹ ਉਮਰ ਦਾ ਫਾਨਾ ਛੱਡ ਦਿੱਤਾ। ਹੁਣ ਫਾਨਾ ਛੱਡ ਦਿੱਤਾ ਮਤਲਬ ਕਿ ਬਹਾਨਾ ਛੱਡ ਦਿੱਤਾ। ਇਹ ਤਾਂ ਸਭ ਗੱਲਾਂ ਮੇਲ ਹੀ ਨਹੀਂ ਖਾਂਦੀਆਂ ਹੁੰਦੀਆਂ। ਹੁਣ ਤੂੰ ਨੰਨਾ ਨਾ ਪਾ ਮੀਨਜ਼ ਕਿ ਰੌਲਾ ਨਾ ਪਾ। ਮੈਂ ਤਾਂ ਇਹਨਾਂ ਨਾਲ ਸਾਰੀ ਗੱਲ ਕਹਿ ਕਰਕੇ ਪੱਕੀ ਕਰ ਦਿੱਤੀ ਹੈ। ਭਾਵ ਕਿ ਉਹਨੇ ਰਿਸ਼ਤਾ ਪੱਕਾ ਕਰ ਦਿੱਤਾ। ਉਸਦੀ ਦਬਾਅ ਵਾਲੀ ਗੱਲ ਹੇਠ ਮੈਂ ਦਬ ਕੇ ਰਹਿ ਗਿਆ। ਮੈਂ ਮੂੰਹੋਂ ਕੁਛ ਨਾ ਬੋਲਿਆ। ਉਸ ਮਿੱਤਰ ਨੇ ਉਹਨਾਂ ਮੁੰਡੇ ਵਾਲਿਆਂ ਨੂੰ ਮੇਰੇ ਘਰ ਆਉਣ ਦਾ ਸੱਦਾ ਦੇ ਦਿੱਤਾ। ਸ਼ਾਮ ਨੂੰ ਘਰ ਆ ਕੇ ਮੈਂ ਆਪਣੀ ਪਤਨੀ ਨਾਲ ਗੱਲ ਕੀਤੀ ਕਿ ਮੁੰਡੇ ਦੀ ਉਮਰ 45-50 ਸਾਲਾਂ ਨੂੰ ਢੁਕੀ ਹੋਈ ਹੈ। ਭਾਵ ਕਿ 45-50 ਸਾਲਾਂ ਦੀ ਆਈ ਹੋਈ ਹੈ, ਇਸ ਉਮਰ ਦਾ ਹੋਣ ਵਾਲਾ ਹੈ। ਆਪਾਂ ਗੱਲ ਇੱਥੇ ਹੀ ਠੱਪ ਦਈਏ, ਬਥੇਰੇ ਮੁੰਡੇ ਹੋਰ ਮਿਲ ਜਾਣਗੇ। ਮੈਂ ਗੱਲ ਵਧਾ ਕੇ ਦੱਸੀ। ਪਤਨੀ ਨੇ ਮੇਰੀ ਗੱਲ ਨੂੰ ਨਾ ਗੌਲਦੇ ਹੋਏ ਕਿਹਾ, ਬਾਹਰ ਗਏ ਮੁੰਡਿਆਂ ਦੀਆਂ ਉਮਰਾਂ ਤਾਂ ਤੁਰਦੇ ਫਿਰਦਿਆਂ ਹੀ ਲੰਘ ਜਾਂਦੀਆਂ ਹਨ। ਆਹ ਆਪਣੀ ਰਾਣੀ ਦੀ ਉਮਰ ਵੀ ਤਾਂ ਹੁਣ 25 ਦੀ ਹੋ ਜੂ ਇਸ ਦੀਵਾਲੀ ਨੂੰ। ਮੈਂ ਗੁੱਸੇ ਨਾਲ ਕਿਹਾ, ਕਿੱਥੇ 25 ਤੇ ਕਿੱਥੇ 50। ਤੈਨੂੰ ਇਸ ਉਮਰ ਦਾ ਫਰਕ ਹੀ ਨਹੀਂ ਲੱਗਦਾ ਕਿਤੇ? ਆਪਾਂ ਕਿਉਂ ਧੀ ਨੂੰ ਖੂਹ 'ਚ ਧੱਕਾ ਦਿੰਦੇ ਹਾਂ? ਕੁੜੀ ਨੇ ਉਹਦੇ ਨਾਲ 4 ਦਿਨ ਨਹੀਂ ਕੱਟਣੇ ਉੱਥੇ ਜਾ ਕੇ, ਫਿਰ ਆਪਾਂ ਹੀ ਅੱਖਾਂ 'ਚ ਘਸੁੰਨ ਦੇ ਕੇ ਰੋਵਾਂਗੇ ਪਿੱਛੋਂ। ਸੋ ਬੱਚੇ rest chapter we will continue in the next video. Good day and have a nice day.